ਸੰਸਾਰ ਸਾਗਰ ਭੈ ਅਮਰ ਭਇਆ। ਅਨੇਕ ਪ੍ਰਕਾਰ ਦੇ ਰਾਜ ਆਦਿ ਭੋਗਾਂ ਨੂੰ ਪਾ ਕੇ ਅਨੇਕ ਪ੍ਰਮਾਣੀ ਇਹ ਮਨੁੱਖ ਪ੍ਰਾਣੀ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ। ਕਿਉਂਕਿ ਜਦੋਂ ਬੜੇ ਪਦਾਰਥ ਧਨ ਆਦਿ ਐਸ਼ੋ ਆਰਾਮ ਭੋਗ ਵਿਲਾਸ ਮਿਲ ਜਾਵਣ, ਫਿਰ ਮਨੁੱਖ ਸੁਤੇ ਕਹਿੰਦਾ ਹੁਣ ਜਪਣ ਦੀ ਵੀ ਲੋੜ ਨਹੀਂ, ਉਹ ਸੰਗਤ ਦੀ ਵੀ ਲੋੜ ਨਹੀਂ। ਬੜਾ ਧਨ ਬੜੀ ਵਡਿਆਈ ਪ੍ਰਭ ਤਾਂ ਸਾਰੇ ਸੁੱਖ ਨੇ, ਪਰਮੇਸ਼ਰ ਤੋਂ ਭੁੱਲ ਜਾਂਦਾ। ਸੰਸਾਰ ਸਮੁੰਦਰ ਵਿੱਚ ਪੈ ਕੇ ਜੀਵ ਆਪਣੇ ਆਪ ਨੂੰ ਅਮਰ ਮੰਨ ਰਿਹਾ ਕਿ ਮੈਂ ਤਾਂ ਅਮਰ ਹਾਂ, ਮਰਨੇ ਨੂੰ ਭੁਲਾ ਦਿੱਤਾ। ਜਦੋਂ ਮਨੁੱਖ ਮਰਨਾ ਹੀ ਭੁੱਲ ਜਾਂਦਾ ਹੈ ਕਿ ਮੈਂ ਮਰਨਾ ਨਹੀਂ, ਕਿੰਤੂ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਜੋ ਮਨੁੱਖ ਭੁੱਲ ਗਿਆ ਕਿ ਮਰਨਾ ਯਾਦ ਹੀ ਨਹੀਂ, ਉਹ ਪਾਪ ਵੀ ਕਰੇਗਾ। ਨਾ ਕਰਨ ਵਾਲੇ ਕਰਮਾਂ ਦੀ ਉਹ ਬੀਜ ਸਵੈਮ ਬੀਜੇਗਾ। ਮਾਇਆ ਮੂਠਾ ਚੇਤਸ ਨਾਹੀ, ਜਨਮ ਗਵਾਇਓ ਆਲਸਿਓ। ਆਲਸ ਐਸਾ ਸਰਵੇ ਔਲ ਤੇ ਹੋਇਆ। ਜਦੋਂ ਨਾਮ ਜਪਣ ਦਾ ਵੇਲਾ ਅੰਮ੍ਰਿਤ ਵੇਲਾ ਸੁਤੇ ਆਲਸ ਹੈ। ਚੰਗਿਆਈ ਆਲਸ ਕਰੇ, ਬੁਰਿਆਈ ਹੋਏ ਸ਼ੇਰ। ਬੁਰੇ ਕੰਮਾਂ ਨੂੰ ਸਾਰੀ ਰਾਤ ਜਾਗੇਗਾ, ਪਰ ਸੱਚੇ ਦੀ ਯਾਦ ਵਿੱਚ ਜੁੜਨਾ ਆਲਸ ਹੈ। ਪਾਤਸ਼ਾਹ ਫਰਮਾਉਂਦੇ ਨੇ, ਕਿਉਂਕਿ ਮਾਇਆ ਕਰਕੇ ਠੱਗਿਆ ਹੋਇਆ ਜੀਵ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਵਾਹਿਗੁਰੂ ਦੀ ਸੰਗਤ ਵਿੱਚ ਨਹੀਂ ਆਉਂਦਾ, ਪਰਮੇਸ਼ਰ ਦੇ ਉਪਦੇਸ਼ ਨੂੰ ਸਰਵਣ ਨਹੀਂ ਕਰਦਾ, ਸਿਮਰਨ ਨਹੀਂ ਕਰਦਾ। ਸਰਵੇ ਔਲ ਤੇ ਆਲਸਵਾਨ ਹੋ ਕੇ ਜਨਮ ਆਪਣਾ ਅਮੋਲਕ ਗਵਾ ਲਿਆ। ਬੇਖਮ ਘੋਰ ਪੰਥ ਚਾਲਣਾ ਪ੍ਰਾਣੀ, ਰਬ ਸਸ ਤਹਿ ਨਾ ਪਰਵੇਸੰ। ਭਗਤ ਜੀ ਫਰਮਾਉਂਦੇ ਨੇ, ਪਿਆਰਿਓ, ਬੇਖਮ ਘੋਰ ਪੰਥ ਚਾਲਣਾ ਪ੍ਰਾਣੀ। ਕੈਸਾ ਬੇਖਮ ਘੋਰ? ਜੋ ਆਪਾਂ ਨੂੰ ਦਿਖਾਈ ਨਹੀਂ ਦਿੰਦਾ, ਕੇਵਲ ਆਪਾਂ ਸਤਿਗੁਰੂ ਦਾ ਉਪਦੇਸ਼ ਸੁਣਦੇ ਹਾਂ। ਜਦੋਂ ਮਨੁੱਖ ਮ੍ਰਿਤੂ ਹੁੰਦਾ ਹੈ, ਇਸ ਜਗ ਤੋਂ ਜਾਣਾ ਹੈ, ਕਿਸੇ ਨੇ ਦੇਖਿਆ ਨਹੀਂ ਕਿੱਥੇ ਗਿਆ, ਕਿਹੜਾ ਮਾਰਗ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੀ ਪਾਵਨ ਬਚਨ ਨੇ ਸ੍ਰੀ ਸੁਖਮਨੀ ਸਾਹਿਬ ਵਿੱਚ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ। ਹੇ ਮਨੁੱਖ, ਉਸ ਮਾਰਗ ਦਾ ਤੂੰ ਪਾਂਦੀ ਹੈ ਜਿਸ ਮਾਰਗ ਦੇ ਕੋ ਵੀ ਗਿਣੇ ਨਹੀਂ ਜਾਂਦੇ। ਸੰਸਾਰ ਦੇ ਪਦਾਰਥ ਧਨ ਆਦਿ ਕੁਝ ਵੀ ਤੇਰੇ ਨਾਲ ਨਹੀਂ ਜਾਣਾ, ਤਨ ਦੇ ਵਸਤਰ ਵੀ ਨਾਲ ਨਹੀਂ ਜਾਣੇ। ਨਾਂਗੇ ਆਵਨ ਨਾਂਗੇ ਜਾਣਾ, ਆਇਆ ਸੀ ਨਾਂਗਾ ਜਾਵੇਂਗਾ ਨਾਂਗਾ। ਪਾਤਸ਼ਾਹ ਫਰਮਾਉਂਦੇ ਨੇ, ਇਸ ਜੀਵਨੇ ਮਹਾ ਕਠਨ ਭਿਆਨਕ ਮਾਰਗ ਵਿੱਚ ਚੱਲਣਾ ਹੈ। ਬੜਾ ਭਿਆਨਕ ਹੀ ਉਹ ਮਾਰਗ ਹੈ, ਕਠਨ ਵੀ ਬੜਾ ਹੈ। ਉੱਥੇ ਸੂਰਜ ਤੇ ਚੰਦਰਮਾ ਵੀ ਪ੍ਰਵੇਸ਼ ਨਹੀਂ ਕਰਦਾ, ਨਾ ਸੂਰਜ ਨਾ ਚੰਦਰਮਾ ਹੋਵੇਗਾ। ਉਹ ਮਾਰਗ ਹੀ ਐਸਾ ਬਿਖੜਾ ਮਾਰਗ ਹੈ। ਬੇਖਮ ਘੋਰ ਪੰਥ ਚਾਲਣਾ ਪ੍ਰਾਣੀ, ਰਬ ਸਸ ਤਹਿ ਨਾ ਪਰਵੇਸੰ। ਕਿਉਂਕਿ ਪਾਤਸ਼ਾਹ ਦੀ ਬਾਣੀ, ਤਿੰਨ ਕਾਲ ਸਤ ਹੈ ਅਸਤ ਨਹੀਂ। ਜੋ ਮਨ ਮੁਖਾਂ ਦਾ ਉਹ ਮਾਰਗ, ਜਿਨ੍ਹਾਂ ਨੇ ਪਾਪ ਸੰਚੇ, ਇਸ ਜਗਤ ਵਿੱਚ ਅਮੋਲਕ ਜਨਮ ਲੈ ਕੇ ਆਏ, ਲਾਹਾ ਨਹੀਂ ਲਿਆ। ਇਸ ਜਨਮ ਦਾ ਕੇਵਲ ਸੰਸਾਰ ਸੰਬੰਧੀਆਂ ਵਾਸਤੇ ਧਨ ਪਦਾਰਥ ਬੜੀ ਵਡਿਆਈ ਸੋਭਾ ਹੋ ਗਈ, ਕਿਉਂਕਿ ਵਡਿਆਈਆਂ ਆਪਣੇ ਨਾਲ ਨਹੀਂ ਜਾਣੀਆਂ। ਪਾਤਸ਼ਾਹ ਤਾਂ ਫਰਮਾਉਂਦੇ ਨੇ, ਨਾਨਕ ਦੁਨੀਆ ਕੀਆਂ ਵਡਿਆਈਆਂ ਗੀ ਸੇਤੀ ਜਾਲ, ਤੂੰ ਤੇਲੀ ਕਿਉਂ ਨਹੀਂ ਲਾਉਂਦਾ। ਇੰਨੀ ਵਡਿਆਈਆਂ, ਇੰਨੀ ਜਲੀ ਨਾਮ ਵਸਾਰਿਆ, ਇੱਕ ਨਾ ਚੱਲੀਆਂ ਨਾ। ਕਿਉਂਕਿ ਵਡਿਆਈ ਵਿੱਚ ਆਇਆ ਮਨੁੱਖ ਪਰਮੇਸ਼ਰ ਤੋਂ ਬੇਮੁਖ ਹੋ ਜਾਂਦਾ ਕਿ ਬੜਾ ਜਗਤ ਮੇਰੇ ਨਾਲ ਹੈ।
ਬੜੀ ਪ੍ਰਭਤਾ ਬੜਿਆਈ, ਉਸ ਵਾਹਿਗੁਰੂ ਤੋਂ ਬੇਮੁਖ ਹੋ ਗਏ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਤੇ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ। ਪਾਤਸ਼ਾਹ ਫਰਮਾਉਂਦੇ ਨੇ, ਨਾ ਤਾਂ ਚੰਦਰਮਾ ਨਾ ਸੂਰਜ, ਜਿਸ ਮਾਰਗ ਦਾ ਤੂੰ ਪਾਂਦੀ ਹੈ। ਪਾਤਸ਼ਾਹ ਫਰਮਾਉਂਦੇ ਨੇ, ਮਾਇਆ ਮੋਹ ਤਬ ਬਿਸਰ ਗਿਆ, ਜਾਂ ਤਜੀਅਲੇ ਸੰਸਾਰੰ। ਜਿਸ ਸਮੇਂ ਮਨੁੱਖ ਮ੍ਰਿਤੂ ਹੁੰਦਾ ਹੈ, ਇਸ ਜਗਤ ਤੋਂ ਕੂਚ ਕਰ ਜਾਂਦਾ ਹੈ। ਤਨ ਸੁੰਦਰ ਬਲਵਾਨ, ਜਿਸ ਦਾ ਬੜਾ ਹੰਕਾਰ ਤੇ ਮਾਣ ਸੀ, ਇਹ ਭਸਮ ਦੀ ਢੇਰੀ ਬਣ ਜਾਂਦਾ ਹੈ। ਇਸ ਤਨ ਨੂੰ ਸੰਬੰਧੀ ਘਰ ਵੀ ਰੱਖਣ ਨੂੰ ਰਾਜੀ ਨਹੀਂ ਹੁੰਦੇ। ਸਭ ਕਹਿੰਦੇ ਨੇ ਜਲਦੀ ਕਰੋ, ਭੈ ਡਰ ਆਵੇਗਾ, ਅੱਜ ਹੀ ਸੰਸਕਾਰ ਕਰੋ। ਪਾਤਸ਼ਾਹ ਫਰਮਾਉਂਦੇ ਨੇ, ਮਾਇਆ ਮੋਹ ਤਬ ਬਿਸਰ ਗਿਆ, ਜਾਂ ਤਜੀ ਅਲੇ ਸੰਸਾਰ। ਜਿਸ ਸਮੇਂ ਸੰਸਾਰ ਨੂੰ ਤਿਆਗਣ ਕੀਤਾ, ਤਿਆਗ ਦਿੱਤਾ, ਮ੍ਰਿਤੂ ਹੋਇਆ, ਤਾਂ ਮਾਇਆ ਦਾ ਜੋ ਮੋਹ ਸੀ ਸਭ ਭੁੱਲ ਗਿਆ। ਦੁੱਖਾਂ ਕਰਕੇ ਵਿਆਕਲ ਹੋ ਗਿਆ। ਦੁੱਖ ਦੀਂਦੇ ਨੇ ਜਦੋਂ ਜਮਦੂਤ ਖਲੋਤੇ ਨੇ, ਵੱਡੀਆਂ ਦੇਹਾਂ ਵਾਲੇ ਭਿਆਨਕ ਸੂਰਤਾਂ ਨੇ, ਫਿਰ ਡਰਦਾ ਹੈ। ਸੋ ਮਾਇਆ ਦਾ ਮੋਹ ਭੁੱਲ ਜਾਂਦਾ, ਭਾਵ ਕਿ ਜਿਸ ਮਾਇਆ ਦਾ ਮੋਹ ਕਰਦਾ ਸੀ, ਸੋ ਇੱਥੇ ਹੀ ਛੱਡ ਗਏ। ਮਾਇਆ ਤਾਂ ਨਾਲ ਨਹੀਂ ਗਈ। ਇਹ ਮਾਇਆ ਧਨ ਪਦਾਰਥ ਆਪਣੇ ਨਾਲ ਕੁਝ ਵੀ ਨਹੀਂ ਜਾਣਾ। ਪਾਤਸ਼ਾਹ ਫਰਮਾਉਂਦੇ ਨੇ, ਆਜ ਮੇਰੇ ਮਨ ਪ੍ਰਗਟ ਭਇਆ ਹੈ, ਪੇਖੀਲੇ ਧਰਮ ਰਾਓ। ਉਸ ਵਕਤ ਜੀ ਫਿਰ ਕੀ ਕਹਿੰਦਾ ਹੈ, ਆਜ ਮੇਰੇ ਮਨ ਪ੍ਰਗਟ ਭਇਆ ਹੈ, ਪੇਖੀਲੇ ਧਰਮ ਰਾਓ। ਅੱਜ ਮੇਰੇ ਮਨ ਵਿੱਚ ਇਹ ਪ੍ਰਗਟ ਹੋ ਗਿਆ ਕਿ ਧਰਮ ਰਾਏ ਨੂੰ ਮੈਂ ਦੇਖਾਂਗਾ। ਸੁਣਦਾ ਸੀ ਜਗਤ ਵਿੱਚ ਕਿ ਧਰਮ ਰਾਜ ਦੀ ਸਭਾ ਲੱਗਦੀ ਹੈ, ਪੁੰਨਾਂ ਤੇ ਪਾਪਾਂ ਦਾ ਉੱਥੇ ਵਿਚਾਰ ਹੁੰਦਾ ਹੈ, ਖੋਟੇ ਤੇ ਖਰਿਆਂ ਦੀ ਪਰਖ ਹੁੰਦੀ ਹੈ। ਅੱਜ ਸਵੈਮ ਦੇਖਾਂਗਾ ਧਰਮ ਰਾਜ। ਤਹਿ ਕਰ ਦਲ ਕਰਨ ਮਹਾਬਲੀ, ਤਿੰਨ ਆਗ ਲੜੈ ਮੈਂ ਰਹਿਣ ਨਾ ਜਾਏ। ਤਾਂ ਹੱਥਾਂ ਕਰਕੇ ਦਲਣਾ ਕਰਦੇ ਨੇ। ਮਹਾਬਲੀਆਂ ਦਾ, ਮਹਾਬਲੀਆਂ ਦੇ ਟੁਕੜੇ ਕੀਤੇ ਜਾਂਦੇ ਨੇ, ਵੱਡੇ ਵੱਡੇ ਮਹਾਬਲੀਆਂ ਦੇ, ਜੋ ਕਹਿੰਦੇ ਸੀ ਅਸੀਂ ਵੱਡੇ ਬਲ ਵਾਲੇ ਖਾਂ ਜਗਤ ਸੰਸਾਰ ਵਿੱਚ। ਉਹਨਾਂ ਦੇ ਵੀ ਟੁਕੜੇ ਹੁੰਦੇ ਨੇ। ਦਲੋਂ ਯੁਕਤ ਕੇ ਕਰਨ ਆਦਿਕ, ਮਹਾਬਲੀਆਂ ਦਾ ਦਲਣਾ ਕੀਤਾ, ਜੋ ਕਰਨ ਆਦਿਕ ਸਨ। ਜਮਾਂ ਨੇ ਐਸੇ ਜਮ ਰਾਜੇ ਦੇ ਅੱਗੇ ਇਹਦੇ ਕੋਲ ਕਬ ਰਿਹਾ ਜਾਂਦਾ। ਜਮਾਂ ਨੇ ਐਸੇ ਜਮ ਰਾਜੇ ਦੇ ਕਬ ਰਿਹਾ ਜਾਂਦਾ। ਪਾਤਸ਼ਾਹ ਫਰਮਾਉਂਦੇ ਨੇ, ਜੇ ਕੋ ਮੂੰਹ ਉਪਦੇਸ਼ ਕਰਤ ਹੈ, ਤਾਂ ਵਣ ਤ੍ਰਿਣ ਰਤੜਾ ਨਾਰਾਇਣਾ। ਜੇਕਰ ਕੋਈ ਮੈਨੂੰ ਉਪਦੇਸ਼ ਵੀ ਦਿੰਦਾ ਤਾਂ ਇਹੀ ਕਹੇ, ਇਹੀ ਕਰੇ ਕਿ ਵਣ ਤ੍ਰਿਣ ਆਦਿਕ ਸਦ ਪ੍ਰਪੰਚ ਵਿੱਚ ਨਾਰਾਇਣ ਰੱਬ ਦੇ ਆਖ ਹੈ। ਉਸ ਤੋਂ ਬਿਨਾ ਕੋਈ ਦੂਜਾ ਨਹੀਂ। ਐ ਜੀ ਤੂੰ ਆਪੇ ਸਭ ਕਿਛ ਜਾਣਦਾ, ਬਦਤ ਤਰਲੋਚਨ ਰਾਮਈਆ। ਭਗਤ ਤਰਲੋਚਨ ਜੀ ਮਹਾਰਾਜ ਬਚਨ ਕਹਿੰਦੇ ਨੇ, ਐ ਜੀ ਕਿ ਮੇਰੇ ਪ੍ਰਭੂ ਜੀ, ਤੂੰ ਆਪੇ ਸਭ ਕਿਛ ਜਾਣਦਾ। ਜੈਸੀ ਮੇਰੀ ਭਾਵਨਾ, ਤੂੰ ਆਪ ਹੀ ਸਭ ਕੁਝ ਜਾਣ ਰਿਹਾ। ਕਿਉਂਕਿ ਮਾਲਕ ਪਰਵਤਗਾਰ ਸਭਨਾਂ ਦੇ ਹਿਰਦੇ ਦੀ ਜਾਣਦਾ ਹੈ। ਬੈਠੇ ਖਾਂ ਸਨਮੁਖ ਸਤਿਗੁਰੂ ਗੁਰਦੇਵ ਦੇ, ਮਾਲਕ ਜਾਣਦਾ ਹੈ ਕਿ ਹਿਰਦੇ ਵਿੱਚ ਕੀ ਚੱਲ ਰਿਹਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਭੀਦ ਪਛਾਨਤ। ਉਸ ਦਾਤੇ ਮੇਰੇ ਵਾਹਿਗੁਰੂ ਗੁਰੂ ਨਾਨਕ ਤੋਂ ਕੁਝ ਛੁਪਿਆ ਨਹੀਂ। ਬਿਨ ਬੋਲਿਆਂ ਸਭ ਕਿਛ ਜਾਣਦਾ। ਉਹ ਬਿਨਾਂ ਬੋਲਿਆਂ ਤੋਂ ਜਾਣਦਾ।
ਵੱਡਾ ਮਾਲਕ ਹੈ। ਤੂੰ ਵਿਆਪਕ ਰੂਪ ਹੈ, ਹੇ ਮੇਰੇ ਵਾਹਿਗੁਰੂ ਤੂੰ ਜਗਤ ਦਾ ਮਾਲਕ ਹੈ। ਐ ਜੀ ਤੂੰ ਆਪੇ ਸਭ ਕਿਛ ਜਾਣਦਾ, ਬਦ ਤਰਲੋਚਨ ਰਾਮਈਆ। ਇੱਕ ਪੰਡਤ ਔਰ ਜੋਗੀ ਭਗਤ ਕਬੀਰ ਜੀ ਮਹਾਰਾਜ ਜੀ ਦੇ ਪਾਸ ਆਏ। ਪੰਡਤ ਨੇ ਮਾਇਆ ਦਾ ਸਰੂਪ ਪੁੱਛਿਆ, ਕਿਉਂਕਿ ਭਗਤ ਕਬੀਰ ਜੀ ਦੀ ਮਹਾਰਾਜ ਜੀ ਬੜੀ ਵਡਿਆਈ ਸੋਭਾ ਸੀ। ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਹੋਏ ਨੇ ਭਗਤ ਕਬੀਰ ਜੀ। ਪੰਡਤ ਨੇ ਕਿਹਾ, ਮਹਾਰਾਜ ਮਾਇਆ ਦਾ ਸਰੂਪ ਕੈਸਾ ਹੈ, ਦੱਸੋ। ਉਹ ਜੋਗੀ ਕਹਿਣ ਲੱਗਾ, ਮਦ ਦਾ ਪਾਨ ਕਰਕੇ ਫਿੰਗਰੀ ਜਾਵੋ ਤਾਂ ਬਿਰਤੀ ਬੜੀ ਲੱਗਦੀ, ਮਦ ਪੀ ਕੇ ਔਰ ਜੋਗ ਰਾਜ ਪਦਵੀ ਦੀ ਪ੍ਰਾਪਤੀ ਹੋਵੇ। ਜੋਗੀ ਇੰਝ ਕਹਿਣ ਲੱਗਾ ਤਾਂ ਭਗਤ ਕਬੀਰ ਜੀ ਮਹਾਰਾਜ ਜੀ ਨੇ ਪਾਵਨ ਬਚਨ ਉਚਾਰੇ, ਬਾਣੀ ਉਚਾਰੀ, ਬਚਨ ਕਹਿਣ ਲੱਗੇ, ਸ੍ਰੀ ਰਾਗ ਭਗਤ ਕਬੀਰ ਜੀਓ ਕਾ, ਅਚਰਜ ਏਕ ਸੁਨੋ ਰੇ ਪੰਡਿਆ, ਅਬ ਕਿਛ ਕਹਿਨ ਨਾ ਜਾਈ। ਇਹ ਪੰਡਤ ਜੀ ਇੱਕ ਅਚਰਜ ਨੂੰ ਮਾਇਆ ਦਾ ਸਰੂਪ ਸਰਵਣ ਕਰੋ। ਤੁਸੀਂ ਪੁੱਛਿਆ ਕਿ ਮਾਇਆ ਦਾ ਸਰੂਪ ਕੀ ਹੈ। ਅਚਰਜ ਏਕ ਸੁਨੋ ਰੇ ਪੰਡਿਆ, ਅਬ ਕਿਛ ਕਹਿਨ ਨਾ ਜਾਈ। ਇੱਕ ਅਚਰਜ ਨੂੰ ਮਾਇਆ ਦਾ ਸਰੂਪ ਸਰਵਣ ਕਰੋ, ਕਾਰਜ ਦੁਆਰੇ ਜਾਣੀ ਜਾਂਦੀ ਹੈ। ਇਹਨਾਂ ਦੇ ਕਰਕੇ ਕੁਛ ਕਿਹਾ ਨਹੀਂ ਜਾਂਦਾ, ਕਿਉਂਕਿ ਮਾਇਆ ਉਸ ਪਰਵਤਗਾਰ ਦੀ ਇਹ ਵੀ ਛਾਇਆ ਹੈ। ਮਹਾ ਮਾਇਆ ਤਾਂ ਕੀ ਹੈ ਛਾਇਆ। ਐਸੀ ਬਲ ਵਾਲੀ ਮਾਇਆ ਜਿਸ ਮਾਇਆ ਨੇ ਤਿੰਨਾਂ ਲੋਕਾਂ ਨੂੰ ਮੋਹਿਆ ਹੋਇਆ। ਤਿੰਨਾਂ ਲੋਕਾਂ ਨੂੰ। ਭਗਤ ਜੀ ਕਹਿਣ ਲੱਗੇ, ਮਾਇਆ ਕਾਰਜ ਕਰਕੇ ਹੀ ਜਾਣੀ ਜਾਂਦੀ ਹੈ, ਇਹਨਾਂ ਦੇ ਕਰਕੇ ਕੁਝ ਕਿਹਾ ਨਹੀਂ ਜਾਂਦਾ। ਸੁਰ ਨਰ ਗਣ ਗੰਧਰਵ ਜਿਨ ਮੋਹੇ, ਤ੍ਰੈ ਭਵਨ ਵੇਖ ਲੀਲਾਈ। ਭਗਤ ਜੀ ਕਹਿਣ ਲੱਗੇ, ਪੰਡਤ ਜੀ ਇਸ ਮਾਇਆ ਬਲ ਵਾਲੀ ਨੇ ਦੇਵ ਤੇ ਮਨੁੱਖ ਗੰਧਰਵਾਂ ਦੇ ਸਮੂਹ ਮੋਹਿਤ ਕਰ ਲਏ। ਤਿੰਨਾਂ ਲੋਕਾਂ ਨੂੰ ਆਪਣੇ ਬਲ ਦੀ ਰਾਗੀ ਵਿੱਚ ਜੈਸੇ ਬਣਜਾਰੇ ਦੋ ਥੂਨੀਆਂ ਅੰਤਰੇ ਸੇ ਗੱਡ ਕਰਕੇ ਇੱਕ ਲਾਸ਼ ਦੋਨਾਂ ਦੇ ਸਾਥ ਬੰਧ ਲੈਂਦੇ ਨੇ ਬਣਜਾਰੇ। ਤਿੰਨਾਂ ਲੋਕਾਂ ਨੂੰ ਮੋਹਿਆ ਹੋਇਆ ਹੈ ਮਾਇਆ। ਸੁਰ ਨਰ ਗਣ ਗੰਧਰਵ ਜਿਨ ਮੋਹੇ, ਤ੍ਰੈ ਭਵਨ ਵੇਖ ਲੀਲਾਈ। ਭਗਤ ਜੀ ਫਰਮਾਉਂਦੇ ਨੇ, ਇਸ ਲਾਸ਼ ਵਿੱਚ बैलों को बंधते नहीं, तैसे माया रूपी बनजारे ने राग द्वैग रूपी थोनी गढ़ के मोह रूपी लाश पाके वासना रूपी रस्सियां नाल जीव रूप बैल बंध दिते नहीं। वासना नाल ये माया है। जो वस्तु गिणती विच सब माया है, जो गिणती विच आ गई। जीव रूप बैल बंधे हुए ने, मोह दी गोदड़ी डाल के सर परपंच नूं सवा धानी कर रखिया। भावे कि माया के बल करके जी बेमुख हो रहा, श्रवण नहीं कर सकता। माया का बल की है, क्योंकि माया का असर ही ऐसा है। ऐसा बल है माया, नाम भी जपन नहीं देती। जिवें सुखदेव मुनि ने बचन कहे सी, प्रभु जन्म लवां बाहर तेरी माया है, इत्थे तेरी याद विच जुड़िया। प्रभु ने कहा, तू जन्म लै, जब तक समाधि विच नहीं लगेगा तेनों माया नहीं व्यापेगी। माया रोक ली प्रभु ने। 12 साल माता के गर्भ विच रहा सुखदेव मुनि देखी थी। जन्म तो समाधि लाई उदासी, माया नूं रोक लिया प्रभु ने। उस समय जिन्हां दे जन्म होए जगत विच महाबली बड़े योधे सूरवीर जन्मे, क्योंकि माया ये प्रभु की छाया है। जोगी ने जो वचन कीते, भगत कबीर जी कहन लगे, जोगी जी सुनो, राजा राम अनहद किंगरी वाजै, जाकी दृट नाद लेव लागै।
ਇਹ ਭਾਈ ਰਾਜਾ ਰਾਮ ਦੇ ਜੋ ਨਾਮ ਦਾ ਉਚਾਰਨ ਪਰਮੇਸ਼ਰ ਦੀ ਬੰਦਗੀ, ਸੋ ਇੱਕ ਰਸ ਕਿੰਗਰੀ ਵੱਜ ਰਹੀ ਹੈ, ਜਿਸ ਰਾਜਾ ਰਾਮ ਦੀ ਕਿਰਪਾ ਕਰਕੇ ਗੁਰ ਸ਼ਬਦ ਵਿੱਚ ਬਿਰਤੀ ਲੱਗਦੀ ਹੈ। ਭਾਠੀ ਗਗਨ ਸਿੰਘਿਆ ਅਲ ਚੁੰਗਿਆ, ਕਨਕ ਕਲਸ ਇੱਕ ਪਾਇਆ। 10ਵਾਂ ਦੁਆਰ ਤੋਂ ਤਿਸ ਦੀ ਭੱਠੀ ਹੈ। ਸਿੰਘਿਆ ਚੁੰਗਿਆ ਈੜਾ ਪਿੰਗਲਾ, ਦਾਹਨੀ ਔਰ ਬਾਈ ਦੋਨੋਂ ਨਾੜੀ ਨਾਲੇ ਲਗਾਈਆਂ। ਕਨਕ ਕਲਸ ਸੁਧ ਅੰਤ ਛਕਣ, ਇਸ ਮਧਰਾ ਦੇ ਚੁਆਨੇ ਨੂੰ ਇੱਕ ਪਾਤਰ ਪਾਇਆ ਹੈ। ਤਿਸ ਮਹਿ ਧਾਰ ਚੋਐ ਅਤ ਨਿਰਮਲ, ਰਸ ਮਹਿ ਰਸਨ ਚੁਆਇਆ। ਤਿਸ ਅੰਤ ਛਕਣ ਦੇ ਵਿੱਚ ਘਟ ਵਿੱਚ 10ਵੇਂ ਦੁਆਰ ਵਿੱਚ ਪ੍ਰਤੱਖ ਅੰਮ੍ਰਿਤ ਦੀ ਧਾਰ ਅਤੀ ਨਿਰਮਲ ਸਰਬ ਦੀ ਹੈ, ਜੋ ਸਰਬ ਰਸਾਂ ਵਿੱਚ ਉੱਤਮ ਹੈ। ਸੋ ਜੋਗੀ ਨੇ ਜੋਗ ਸਿੱਧੀ ਵਿੱਚ 10ਵੇਂ ਦੁਆਰ ਵਿੱਚ ਪਵਾਇਆ ਹੈ ਅੰਮ੍ਰਿਤ। ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਇਹ ਜੋਗੀ ਇੱਕ ਜੋ ਵਾਰਤਾ ਅਨੂਪ ਬਣੀ ਹੈ, ਸੋ ਇਹ ਹੈ ਕਿ ਪਵਨ ਦਾ ਪਿਆਲਾ ਬਣਾਇਆ। ਭਾਵੇਂ ਕਿ ਤਿਸ ਅੰਮ੍ਰਿਤ ਦੇ ਪਾਨ ਕਰਨੇ ਨੂੰ ਪ੍ਰਾਣਾ ਦਾ ਰੋਧ ਕਰ ਕੁੰਭਕ ਰੂਪ ਪਿਆਲਾ ਤਿਆਰ ਕੀਤਾ। ਤੀਨ ਭਵਨ ਮਹਿ ਏਕੋ ਜੋਗੀ, ਕਹੋ ਕਵਨ ਹੈ ਰਾਜਾ। ਭਗਤ ਜੀ ਕਹਿਣ ਲੱਗੇ, ਹੇ ਜੋਗੀ, ਇਹਨਾਂ ਭਵਨਾਂ ਵਿੱਚ ਤਰਲੋਕੀ ਦੇ ਵਿੱਚ ਕੋਈ ਐਸਾ ਇੱਕ ਹੀ ਜੋਗੀ ਹੈ। ਕਹੋ ਉਸਦੇ ਸਮਾਨ ਕੋਈ ਕੌਣ ਕੋਈ ਰਾਜਾ? ਭਾਵੇਂ ਕਿ ਤਿਸ ਦੇ ਸਦਸ਼ ਕੋਈ ਰਾਜਾ ਵੀ ਨਹੀਂ ਹੈ। ਉਹ ਐਸਾ ਜੋਗੀ ਐਸਾ ਰਾਜਾ ਹੈ, ਕੋ ਖਾਸ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਇਹ ਤਾਂ ਝੂਠੇ ਰਾਜੇ ਨੇ ਚਾਲ ਦਿਨਾਂ ਦੇ, ਉਸ ਹਰੀ ਦੇ ਸਮਾਨ ਕੋਈ ਰਾਜਾ ਨਹੀਂ। ਐਸੇ ਗਿਆਨ ਪ੍ਰਗਟਿਆ ਪਰ ਖੋਤਮ, ਕਹੋ ਕਬੀਰ ਰੰਗ ਰਾਤਾ। ਇਸ ਪ੍ਰਕਾਰ ਦੇ ਜੋਗ ਸੇ ਪ੍ਰਖੋਤਮ ਦਾ ਗਿਆਨ ਪ੍ਰਗਟ ਹੋ ਗਿਆ। ਭਗਤ ਜੀ ਕਹਿੰਦੇ ਨੇ ਤਾਂ ਪਰਮੇਸ਼ਰ ਦੇ ਆਨੰਦ ਵਿੱਚ ਰਤਿਆ ਹੈ। ਔਰ ਦੁਨੀ ਸਭ ਭਰਮ ਪਲਾਨੀ, ਮਨ ਰਾਮ ਰਸਾਇਨ ਮਾਤਾ। ਔਰ ਦੁਨੀ ਸਭ ਭਰਮ ਭੁਲਾਨੀ, ਮਨ ਰਾਮ ਰਸਾਇਨ ਮਾਤਾ। ਹੋਰ ਜੋ ਦੁਨੀਆ ਪਰਜਾ ਸਭ ਭਰਮ ਕਰਕੇ ਭਾਈ ਭੁੱਲੀ ਹੋਈ। ਇਸ ਜੋਗੀ ਦਾ ਮਨ ਰਾਮ ਜੋ ਰਸਾਂ ਦਾ ਘਰ, ਇਸ ਦੇ ਆਨੰਦ ਵਿੱਚ ਮਸਤ ਹੋਇਆ ਜੁੜਿਆ ਹੈ। ਔਰ ਗਿਆਨੀ ਤੋਂ ਬਿਨਾਂ ਜੋ ਸਭ ਸੇਟੀ ਭਰਮ ਵਿੱਚ ਭੁੱਲ ਰਹੀ, ਤੇ ਇਸ ਗਿਆਨੀ ਦਾ ਮਨ ਰਮਨ ਰੂਪ ਜੋ ਬ੍ਰਹਮ ਸਰਬ ਰਸਾਂ ਦਾ ਘਰ, ਜਿਸ ਵਿੱਚ ਮਸਤ ਰਹਿੰਦਾ ਹੈ। ਭਗਤ ਜੀ ਕਹਿਣ ਲੱਗੇ, ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ, ਪੈਰਿਆ ਕੈ ਘਰ ਗਾਵਣੋ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਹਰੇ ਨਾਦ ਗਰਭ ਕੁੰਡਲ ਜਬ ਆਸ਼ਿਤ, ਔਰਦ ਧਿਆਨ ਲਿਵ ਲਾਗਾਂ। ਭਗਤ ਵੇਣੀ ਜੀ, ਜਿਨ੍ਹਾਂ ਨੇ ਸੰਤਾਂ ਦੀ ਸਤਪੁਰਸ਼ਾਂ ਦੀ ਸੰਗਤ ਕਰਕੇ ਪ੍ਰਭੂ ਨੂੰ ਜਪਿਆ ਰਿਝਾਇਆ, ਪ੍ਰਭੂ ਨੇ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਭਗਤ ਵੇਣੀ ਜੀ ਤੇ। ਭਗਤ ਵੇਣੀ ਜੀ ਪਾਵਨ ਉਪਦੇਸ਼ ਫਰਮਾਉਂਦੇ ਨੇ। ਅਵਸਥਾ ਦੇ 4 ਭਾਗ, ਜੋ ਆਪਣੀ ਆਦ ਵਾਲਾ ਅਵਸਥਾ, ਇਸ ਸ਼ਬਦ ਵਿੱਚ ਕਥਨ ਕੀਤੇ ਨੇ। ਸ੍ਰੀ ਭਗਤ ਵੇਣੀ ਜੀ ਰਾਜਾ ਦੇ ਰੋਹਤ ਸਨ, ਜਿਨ੍ਹਾਂ ਦਾ ਇੱਕ ਸਿੱਖ ਕੋਟੀ ਸੰਗਤ ਵਿੱਚ ਬੈਠਣ ਲੱਗਾ। ਇੱਕ ਉਹਨਾਂ ਦਾ ਸੇਵਕ
ਭਗਤ ਬੇਣੀ ਜੀ ਦਾ ਉਹ ਖੋਟੀ ਸੰਗਤ ਵਿੱਚ ਜਾਣ ਲੱਗਾ। ਫਿਰ ਇਹ ਆਪਣੇ ਅਪਰਾਧ ਨੂੰ ਸਮਝ ਕੇ ਬਹੁਤ ਸੇ ਭਗਤ ਜਨਾਂ ਨੂੰ ਸਾਥ ਲੈ ਕੇ ਛਿਮਾ ਮੰਗਣ ਵਾਸਤੇ ਆਇਆ ਕਿ ਮੇਰੇ ਤੋਂ ਵੱਡੀ ਭੁੱਲ ਹੋਈ, ਮੈਂ ਖੋਟੀ ਸੰਗਤ ਵਿੱਚ ਪੈ ਗਿਆ ਸੀ। ਭਗਤ ਜੀ ਪਾਸ ਚੱਲੋ, ਮੇਰੀ ਬੇਨਤੀ ਅਰਜ ਰਵਾਵੋ, ਖਿਮਾ ਮੰਗਣੀ, ਭੁੱਲ ਮੰਗਣੀ। ਜਿਸ ਸਮੇਂ ਜਗਿਆਸੂ ਹੋਰ ਵੀ ਆਏ, ਭਗਤ ਬੇਣੀ ਜੀ ਬੈਠੇ ਨੇ, ਉਹ ਜਗਿਆਸੂ ਵੀ ਆਇਆ ਜੋ ਖੋਟੀ ਸੰਗਤ ਵਿੱਚ ਪਹਿਲਾਂ ਲੱਗਿਆ ਸੀ। ਭਗਤ ਬੇਣੀ ਜੀ ਨੇ ਉਪਦੇਸ਼ ਬਖਸ਼ਿਆ, ਪਾਵਨ ਉਪਦੇਸ਼ ਉਚਾਰਨ ਕੀਤਾ। ਬਚਨ ਕਹਿਣ ਲੱਗੇ ਕਿ ਭਾਈ ਇਸ ਵਿੱਚ ਜੀਵ ਦੀ ਸਰਵ ਅਵਸਥਾ ਕਥਨ ਕੀਤੀ ਹੈ ਕਿ 4 ਭਾਗ ਨੇ ਜੀਵ ਦੇ। ਰੇ ਨਰ ਗਰਭ ਕੁੰਡਲ ਜਬ ਆਸ਼ਤ, ਉਰਤ ਧਿਆਨ ਲਿਵ ਲਾਗਾ। ਭਗਤ ਬੇਣੀ ਜੀ ਕਹਿਣ ਲੱਗੇ, ਹੇ ਭਾਈ, ਹੇ ਪੁਰਸ਼, ਜਦੋਂ ਤੂੰ ਮਾਤਾ ਦੇ ਗਰਭ ਦੇ ਕੁੰਡ ਵਿੱਚ ਅਸਥਿਤ ਹੋ ਰਿਹਾ ਸੀ, ਪੁੱਠਾ ਲਟਕਦਾ ਸੀ, ਸਿਰ ਨੀਚੇ ਚਰਨ ਉੱਪਰ, ਐਸੀ ਤੇਰੀ ਦਸ਼ਾ ਸੀ। ਤੂੰ ਪਰਮੇਸ਼ਰ ਦੇ ਧਿਆਨ ਵਿੱਚ ਤੇਰੀ ਬਿਰਤੀ ਲੱਗ ਰਹੀ ਸੀ, ਧਿਆਨ ਤੇਰਾ ਜੁੜਿਆ ਹੋਇਆ ਸੀ, ਤੂੰ ਸਵਾਸ ਜਪ ਰਿਹਾ ਸੀ। ਮੈਰਤ ਕਪਿੰਡ ਪਦ ਬਦਨਾ, ਐਹਨਸ ਏਕ ਅਗਿਆਨ ਸੁਨਾਗਾ। ਜਿਸ ਕਾਲ ਦੇ ਵਿੱਚ ਮਿੱਟੀ ਦਾ ਪਿੰਡ, ਕਿਉਂਕਿ ਮਿੱਟੀ ਦਾ ਹੀ ਭਾਂਡਾ ਹੈ ਤਾਂ ਨਹੀਂ ਆਪਣਾ, 5 ਤੱਤ ਨੇ, ਇੱਕ ਮਿੱਟੀ ਦਾ ਤੱਤ ਵੀ ਵਿੱਚ ਹੈ, ਪੌਣ, ਪਾਣੀ, ਅਗਨੀ, ਆਕਾਸ਼, ਧਰਤੀ। ਜਿਸ ਕਾਲ ਵਿੱਚ ਮਿੱਟੀ ਦਾ ਪਿੰਡ ਜੋ ਮਨੁੱਖ ਸਰੀਰ ਹੈ, ਇਸ ਪਦਵੀ ਦਾ ਹੰਕਾਰ ਨਹੀਂ ਸੀ ਤੈਨੂੰ ਕਿ ਮੇਰੀ ਤਨ ਹੈ, ਸੁੰਦਰ ਹੈ, ਤੈਨੂੰ ਕੋਈ ਗਰਬ ਇਸ ਤਨ ਦਾ ਨਹੀਂ ਸੀ। ਭਗਤ ਜੀ ਕਹਿਣ ਲੱਗੇ, ਦਿਨ ਰਾਤ ਇੱਕ ਅਗਿਆਨ ਵਿੱਚ ਮਗਨ, ਉਹ ਸਰੀਰ ਕਰਕੇ ਨਗਨ, ਐਸੀ ਤੇਰੀ ਦਸ਼ਾ ਸੀ, ਤੂੰ ਨਾਂਗਾ ਸੀ, ਤੇਰੀ ਲਿਵ ਲੱਗੀ ਹੋਈ ਸੀ। ਉਸ ਸਮੇਂ ਤੈਨੂੰ ਪੂਰਵ ਜਨਮਾਂ ਦਾ ਵੀ ਗਿਆਨ ਸੀ। ਉਸ ਸਮੇਂ ਤੈਨੂੰ ਪੂਰਵ ਜਨਮਾਂ ਦਾ, ਜਿਵੇਂ ਸਤਪੁਰਸ਼ ਮਹਾਤਮਾ ਵੀ ਇਹ ਬਚਨ ਕਹਿੰਦੇ ਨੇ ਰੱਬ ਦੇ ਪਿਆਰੇ, ਕਿ ਭਾਈ ਉਦੋਂ ਮਨੁੱਖ, ਉਸ ਬੱਚੇ ਨੂੰ 100 ਜਨਮ ਦਾ ਗਿਆਨ ਹੁੰਦਾ ਹੈ, ਕਿਉਂਕਿ ਲਿਵ ਲੱਗੀ ਬੰਦਗੀ ਕਰਦਾ ਹੈ, ਨਾਮ ਜਪਦਾ ਹੈ। ਭਗਤ ਜੀ ਕਹਿੰਦੇ ਨੇ ਉਸ ਸਮੇਂ ਤੈਨੂੰ ਪੂਰਵ ਜਨਮਾਂ ਦਾ ਗਿਆਨ ਸੀ, ਜਿਸ ਦਾ ਨਾਂਗਾ ਸੀ। ਭਾਵ ਕਿ ਸ਼ਾਸਤਰ ਵਿੱਚ ਲਿਖਿਆ ਹੈ ਕਿ ਤਿਸ ਕਾਲ ਵਿੱਚ 100 ਜਨਮ ਦੀ ਗਿਆਤ ਹੁੰਦੀ। ਸ਼ਾਸਤਰ ਵੀ ਕਹਿੰਦੇ ਨੇ ਪਰਮੇਸ਼ਰ ਦਾ ਸਿਮਰਨ ਕਰਦਾ ਸੀ। ਇਹ ਸ਼ਾਸਤਰਾਂ ਵਿੱਚ ਵੀ ਸਿਧਾਂਤ ਪ੍ਰਗਟ ਹੈ ਕਿ ਉਸ ਸਮੇਂ ਬੱਚੇ ਨੂੰ 100 ਜਨਮ ਦੀ ਸੋਝੀ ਹੁੰਦੀ ਹੈ। ਤੇ ਦਿਨ ਸੰਵਲ ਕਸ਼ਟ ਮਹਾ ਦੁਖ, ਅਬ ਚਿਤ ਅਦਿਕ ਬਸਾਰਿਆ। ਭਗਤ ਜੀ ਕਹਿਣ ਲੱਗੇ, ਪਿਆਰਿਆ, ਉਸ ਸਮੇਂ ਮਹਾ ਦੁੱਖ ਵਿੱਚ ਸੀ ਤੂੰ, ਕਿਉਂਕਿ ਇੱਕ ਸੂਖਮ ਹੀ ਪੜਦਾ ਹੁੰਦਾ ਹੈ। ਜਠ ਦੀ ਅਗਨੀ, ਘੁੱਪ ਅੰਧਕਾਰ ਦਾ ਅੰਧੇਰਾ ਹੈ, ਜਠ ਦੀ ਅਗਨੀ ਹੈ। ਕੈਸਾ ਉਹ ਸਮਾਂ ਸੀ। ਤੇ ਦਿਨ ਸੰਭਲ ਕਸ਼ਟ ਮਹਾ ਦੁੱਖ, ਇੱਕ ਤੁਛ ਦੁੱਖ, ਇੱਕ ਮਹਾ ਦੁੱਖ, ਜਿਸ ਨੂੰ ਭਿਆਨਕ ਦੁੱਖ ਕਹਿ ਦਈਏ। ਉਹ ਦਿਨ ਨੂੰ ਚਿੰਤਨ ਕਰ, ਸੋ ਕਿਹੜੇ ਦਿਨ ਸੀ ਜਿਨ੍ਹਾਂ ਦਿਨਾਂ ਵਿੱਚ ਮਹਾ ਦੁੱਖ ਸੀ ਤੈਨੂੰ ਮਿਲਿਆ। ਗਰਭ ਦੇ ਕਲੇਸ਼ ਤਿਨਾਂ ਕਰਕੇ ਕਸ਼ਟ ਪਾ ਰਿਹਾ ਸੀ। ਅਬ ਤੈਨੇ ਅਨੇਕ ਪ੍ਰਕਾਰ ਦੇ ਵਿਵਹਾਰਾਂ ਵਿੱਚ ਚਿੱਤ ਨੂੰ ਅਧਿਕ ਪਸਾਰ ਲਿਆ, ਧੰਦਿਆਂ ਵਿੱਚ, ਵਿਹਾਰਾਂ ਵਿੱਚ ਬੜਾ ਪਸਾਰ ਲਿਆ। ਉਹ ਭੁੱਲ ਹੀ ਗਿਆ, ਚੇਤਾ ਹੀ ਤਾਂ ਚੇਤ, ਸਾਹਿਬ ਸੱਚਾ ਸੋ ਧਣੀ। ਉਹ ਯਾਦ ਕਰ, ਉਹ ਸਮਾਂ ਤੂੰ ਵਾਅਦੇ ਵੀ ਬੜੇ ਕੀਤੇ ਸੀ ਉਸ ਸਮੇਂ
ਕਿ हे ਪ੍ਰਭੂ ਤੇਰੇ ਨਾਮ ਨੂੰ ਜਪਾਂਗਾ, ਬੰਦਗੀ ਕਰਾਂਗਾ, ਦਸਵੰਧ ਕੱਢਾਂਗਾ, ਇਸ ਜਠਰ ਅਗਨੀ ਤੂੰ ਮੈਨੂੰ ਬਾਹਰ ਕੱਢ। ਪਰ ਭੁੱਲ ਹੀ ਗਿਆ। ਗਰਭ ਛੋੜ ਮਿਰਤ ਮੰਡਲ ਆਇਆ, ਤੋ ਨਰ ਘਰ ਮਨੋ ਵਿਸਾਰਿਆ। ਦੂਜਾ ਪਹਿਰ ਵਰਣਨ ਕਰਦੇ ਨੇ ਭਗਤ ਬੇਣੀ ਜੀ। ਗਰਭ ਛੋੜ ਮਿਰਤ ਮੰਡਲ ਆਇਆ, ਅਰਦਾਸਾਂ ਬੇਨਤੀਆਂ ਦਰਗਾਹ ਵਿੱਚ ਸੁਣੀਆਂ ਗਈਆਂ, ਫਿਰ ਜਨਮ ਹੋ ਗਿਆ। ਗਰਭ ਨੂੰ ਛੱਡ ਕੇ ਵਿੱਚੋਂ ਗਰਭ ਹੈ ਨਿਕਲ ਆਇਆ, ਖਾਸੋਂ ਵਸਾਰ ਦੁਨੀ ਚਿੱਤ ਲਾਇਆ। ਫਿਰ ਉਹ ਬਾਲਕ ਭੁੱਲ ਜਾਂਦਾ ਹੈ ਪਰਮੇਸ਼ਰ ਨੂੰ, ਦੁਨਿਆਵੀ ਮਾਤਾ ਪਿਤਾ ਆਦਿ ਸੰਬੰਧੀਆਂ ਵਿੱਚ ਚਿੱਤ ਲੱਗ ਜਾਂਦਾ ਹੈ, ਮੋਹ ਪੈ ਜਾਂਦਾ ਹੈ, ਮਾਇਆ ਪੈ ਗਈ। ਗਰਭ ਨੂੰ ਛੱਡ ਕੇ ਮਿਰਤ ਮੰਡਲ, ਕਿਉਂਕਿ ਜਗਤ ਸੰਸਾਰ ਇਹ ਮਿਰਤ ਮੰਡਲ, ਆਧਿਆਤਮਕ ਵੀ ਐਸੇ ਮੰਡਲ ਨੇ ਜਿੱਥੇ ਮੌਤ ਹੀ ਨਹੀਂ, ਪਰ ਇਹ ਮੰਡਲ ਕੈਸਾ ਹੈ? ਮਿਰਤ ਮੰਡਲ ਹੈ। ਜੋ ਆਇਆ ਅਵਸ਼ ਹੋ ਜਾਵੇਗਾ, ਜੋ ਜਨਮਿਆ ਅਵਸ਼ ਹੋ ਮਰੇਗਾ। ਇਹ ਮਿਰਤ ਮੰਡਲ ਹੈ। ਮਿਰਤ ਮੰਡਲ ਵਿੱਚ ਤੇਰਾ ਜਨਮ ਹੋ ਗਿਆ, ਤਬ ਤੋਂ ਨਰ ਸਿੰਘ ਅਵਤਾਰ ਧਾਰਨ ਵਾਲੇ ਪਰਮੇਸ਼ਰ ਨੂੰ ਮਨ ਤੋਂ ਹੀ ਭੁਲਾ ਦਿੱਤਾ, ਕਦੇ ਯਾਦ ਨਹੀਂ ਕੀਤਾ ਉਸ ਦਾਤੇ ਪ੍ਰਭੂ। ਕਿ ਭਾਈ ਤੈਨੇ ਹਰੀ ਨੂੰ ਮਨ ਤੋਂ ਵਿਸਾਰ ਦਿੱਤਾ, ਭੁਲਾ ਦਿੱਤਾ। ਫਿਰ ਕਹਿਣ ਲੱਗੇ ਭਗਤ ਬੇਣੀ ਜੀ, ਫਿਰ ਪਛਤਾਵੇਂਗਾ ਮੂਲਿਆ, ਤੂੰ ਕਵਨ ਕੋ ਮਤ ਭ੍ਰਮ ਲਾਗਾ। ਚੇਤ ਰਾਮ ਨਾਹੀ ਜਮਪੁਰ ਜਾਹੇਗਾ, ਜਨ ਵਿਚਰੈ ਅਨਰਾਗੋ। ਪਾਦ ਜੀ ਕਹਿਣ ਲੱਗੇ, ਮੂਰਖ ਭਰਮ ਕਰਕੇ ਕਿਹੜੀ ਕੁਮਤ ਵਿੱਚ ਲੱਗ ਰਿਹਾ? ਖੋਟੇ ਪੁਰਸ਼ਾਂ ਦੀ ਸੰਗਤ, ਖੋਟੀ ਮਤ। ਤੂੰ ਪਿੱਛੇ ਤੋਂ ਪਛਤਾਪ ਕਰੇਗਾ, ਪਛਤਾਵੇਂਗਾ। ਰਾਮ ਦੇ ਨਾਮ ਨੂੰ ਸਿਮਰਨ ਕਰ, ਨਹੀਂ ਤਾਂ ਜਮ ਰਾਜਾ ਦੀ ਲੋਕ ਨੂੰ ਪ੍ਰਾਪਤ ਹੋਵੇਗਾ, ਜਮਾਂ ਦੇ ਵਸ ਪਾਵੇਗਾ। ਰਾਮ ਨਾਮ ਦਾ ਸਿਮਰਨ ਕਰ ਤਾਂ ਜਮਪੁਰ ਨੂੰ ਨਹੀਂ ਜਾਵੇਗਾ। ਮਤ ਬਿਨਾ ਆਰਾਧਨਾ ਵਿਚਰ, ਭਾਵੇਂ ਕਿ ਭਜਨ ਤੋਂ ਬਿਨਾ ਕਾਲ ਬਤੀਤ ਮਤ ਕਰ, ਬੰਦਗੀ ਤੋਂ ਬਿਨਾ ਇਹ ਦਿਨ ਮਤ ਗੁਜ਼ਾਰ। ਕਿ ਜਨ ਆਰਾਧਨੇ ਸੇ ਰਹਿਤ ਹੋ ਕੇ ਵਿਚਰਦਾ ਹੈ, ਰਾਮ ਨੂੰ ਸਿਮਰਦਾ ਨਹੀਂ। ਜਮਪੁਰੀ ਨੂੰ ਜਾਵੇਗਾ ਜੇ ਨਾਮ ਨਾ ਜਪੇਗਾ। ਨਾਮ ਤੋਂ ਬਿਨਾ ਦਵੈਤ ਭਾਵਨਾ ਦੇ ਬੀਜ ਮਤ ਬੀਜਦਾ। ਫਿਰ ਭਾਵੇਂ ਕਿ ਸਕਾਮ ਕਰਮ ਮਤ ਕਰ। ਬਾਲ ਬਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਹਿ ਵਿਆਪੈ। ਭਗਤ ਜੀ ਕਹਿਣ ਲੱਗੇ, ਜਬ ਦੂਜੀ ਬਾਲ ਅਵਸਥਾ ਹੋਈ ਤਬ ਖੇਡਣੇ ਵਿੱਚ ਲੱਗ ਗਿਆ। ਬਾਲਕ ਖੇਡਦਾ ਹੈ। ਜਬ ਤੀਜੀ ਯੁਵਾ ਅਵਸਥਾ ਹੋਈ ਤਬ ਰਸ ਜੋ ਸ਼ਬਦ ਆਦਿ ਵਿਸ਼ੇ ਰਸ ਨੇ ਇਹਨਾਂ ਦੀ ਚਿਤਵਨਾ ਕਰਨ ਲੱਗ ਗਿਆ। ਵਿਸ਼ਿਆ ਵਿਕਾਰਾਂ ਸ਼ਨੀ ਸ਼ਨੀ ਵਿੱਚ ਮੋਹ ਵਿਆਪਦਾ ਭਇਆ, ਮੋਹ ਦੀ ਤੰਦ ਵਿੱਚ ਵਜਿਆ ਗਿਆ। ਰਸ ਮਿਸ ਮੇਰ ਅੰਮ੍ਰਿਤ ਬਿਖ ਚਾਖੀ, ਤੋ ਪੰਚ ਪ੍ਰਗਟ ਸੰਤਾਪੈ। ਤਦਾਕਾਰ ਹੋ ਕੇ ਔਖਦੀਆਂ ਕੇ ਬਹਾਨੇ ਕਰਕੇ ਪਵਿੱਤਰ ਰੂਪ ਅੰਮ੍ਰਿਤ ਸਮਝ ਕੇ ਬਿਖ ਜੋ ਮਦਰਾ ਸ਼ਰਾਬ ਆਦਿ ਨਸ਼ੇ ਨੇ ਸੋ ਚੱਖਦਾ ਪਿਆ। ਤੇ ਇਸਦੇ ਬਲ ਕਰਕੇ ਜੋ ਕਾਮ ਕ੍ਰੋਧ ਲੋਭ ਅਹੰਕਾਰ ਇਹ ਪੰਜ ਵਿਕਾਰ ਨੇ ਸੋ ਪ੍ਰਗਟ ਹੀ ਦੁੱਖ ਦਿੰਦੇ ਨੇ। ਫਿਰ ਜੋ ਦੂਜੇ ਭਾਵ ਦੇ ਖੋਟੇ ਕਰਮਾਂ ਵਿੱਚ ਲੱਗੇ ਆ, ਮਦ ਆਦਿ ਪੀਂਦਾ, ਫਿਰ ਵਿਕਾਰਾਂ ਵਿੱਚ ਪ੍ਰਵਿਰਤ ਹੋ ਗਏ। ਫਿਰ ਇਹ ਵਿਕਾਰ ਪੰਜੇ ਜੋ ਬਲ ਵਾਲੇ ਬੜੇ ਦੁੱਖ ਦਿੰਦੇ।
ਤੇ ਕੀ ਬਚਨ ਕਹਿੰਦੇ ਨੇ ਭਗਤ ਬੇਣੀ ਜੀ, ਜਪ ਤਪ ਸੰਜਮ ਛੋੜ ਸੋ ਕ੍ਰਿਤ ਮਤ, ਰਾਮ ਨਾਮ ਨਾ ਆਰਾਧਿਆ। ਭਗਤ ਜੀ ਕਹਿਣ ਲੱਗੇ, ਪਿਆਰਿਆ, ਜਪ ਤਪ ਆਦਿਕਾਂ ਦਾ ਕਰਨਾ, ਇੰਦਰੀਆਂ ਦਾ ਜਿੱਤਣਾ, ਧਾਰਨ ਧਿਆਨ ਸਮਾਧੀ, ਪੁੰਨ ਰੂਪ ਜੋ ਬੁੱਧੀ ਸੀ, ਇਹ ਸਭ ਕਰਮ ਤੂੰ ਤਿਆਗ ਦਿੱਤੇ, ਕਿਉਂਕਿ ਉਸਨੇ ਸਭ ਛੱਡ ਦਿੱਤੇ ਸੀ, ਕਿਉਂਕਿ ਖੋਟੀ ਸਿੱਖਿਆ ਖੋਟੀ ਮੱਤ ਵਿੱਚ ਲੱਗ ਗਿਆ। ਰਾਮ ਨਾਮ ਦਾ ਆਰਾਧਨਾ ਵੀ ਨਹੀਂ ਕੀਤਾ, ਉਹ ਵੀ ਛੱਡ ਦਿੱਤਾ। ਉਛਲਿਆ ਕਾਮ ਕਾਲ ਮਤ ਲਾਗੀ, ਤੋ ਆਨ ਸਖਤ ਗਲ ਬਾਂਧਿਆ। ਭਗਤ ਜੀ ਕਹਿਣ ਲੱਗੇ, ਕਾਮ ਉਛਲਿਆ, ਪਰਬਲ ਹੋਇਆ ਕਾਮ, ਪਰ ਇਸਤਰੀਆਂ ਵਿੱਚ ਗਮਨ ਕਰਨ ਲੱਗਾ, ਜੋ ਵੱਡੇ ਪਾਪ ਨੇ। ਨੈਮਕ ਕਾਮ ਸਵਾਦ ਕਾਰਨ, ਕੋਟ ਦਿਨਸ ਦੁਖ ਪਾਵੈ। ਇੱਕ ਨੈਮਕ ਦੇ ਰਸ ਦੇ ਬਦਲੇ ਫਿਰ ਕਰੋੜਾਂ ਦਿਨ ਦੁੱਖ ਪਾਉਂਦਾ ਹੈ ਮਨੁੱਖ। ਪਾਪ ਰੂਪੀ ਕਾਲਖ ਬੁੱਧੀ ਨੂੰ ਲੱਗ ਗਈ, ਪਾਪਾਂ ਦੀ ਕਾਲ ਬੱਜਦ ਪਾਪ ਕਰ। ਮਾਤ ਪਿਤਾ ਨੂੰ ਉਹ ਲਾਂਬੇ ਮਿਲਣ ਲੱਗੇ ਕਿ ਤੁਹਾਡਾ ਬਾਲਕ ਐਸਾ, ਤੇ ਇਹਨਾਂ ਨੇ ਇਸਤਰੀ ਲਿਆ ਕੇ ਗਲ ਦੇ ਸਾਥ ਬੰਨ੍ਹ ਦਿੱਤੀ, ਵਿਆਹ ਹੋ ਗਿਆ। ਪੁੱਤਰ ਦਾ ਵੀ ਵਿਵਾਹ ਕਰ ਦਿੱਤਾ। ਉਛਲਿਆ ਕਾਮ ਕਾਲ ਮਤ ਲਾਗੀ, ਤੋ ਆਨ ਸਖਤ ਗਲ ਬਾਂਧਿਆ। ਭਗਤ ਜੀ ਬਚਨ ਕਹਿੰਦੇ ਨੇ, ਤਰਨ ਤੇਜ ਪਰ ਤਰੈ ਮੁਖ ਜੋਹੇ, ਸਾਰੇ ਅਪਸਰ ਨਾ ਪਛਾਣਿਆ। ਜੁਵਾ ਅਵਸਥਾ ਦੇ ਬਲ ਕਰਕੇ ਨਿਜ ਨਾਰੀ ਦੇ ਹੁੰਦਿਆਂ ਵੀ ਦੂਜੇ ਭਾਵ ਦੇ ਖੋਟੇ ਕਰਮ ਨਹੀਂ ਛੱਡੇ ਜਾਂਦਾ ਹੈ, ਕਰਦਾ ਹੈ ਮਾੜੇ ਕਰਮ। ਸਮਾਂ ਵੀ ਨਹੀਂ ਪਹਿਚਾਣਦਾ, ਸ਼ੋਭਾ ਅਸ਼ੋਭ ਨੂੰ ਨਹੀਂ ਜਾਣਦਾ, ਕਿਉਂਕਿ ਮਤ ਮਾਰੀ ਗਈ। ਓਨ ਮਤ ਕਾਮ ਮਹਾ ਬਿਖ ਭੂਲੈ, ਪਾਪ ਪੁੰਨ ਨਾ ਪਛਾਣਿਆ। ਤੇ ਕੈਸੀ ਦਸ਼ਾ ਹੋ ਜਾਂਦੀ ਹੈ ਮਨੁੱਖ ਦੀ, ਬਾਬਦਾ ਤੇ ਕਮਲਾ ਹੋ ਜਾਂਦਾ। ਬਚਨ ਕਹਿੰਦੇ ਨੇ ਭਗਤ ਜੀ, ਓਨ ਮਤ ਕਾਮ ਮਹਾ ਬਿਖ ਭੂਲੈ, ਪਾਪ ਪੁੰਨ ਨਾ ਪਛਾਣਿਆ। ਕਾਮ ਕਰਕੇ ਗ੍ਰਸਿਆ ਹੋਇਆ, ਬਾਬਦਾ ਕਮਲਾ ਹੋਇਆ, ਤੀ ਵਿਸ਼ਿਆਂ ਵਿਕਾਰਾਂ ਵਿੱਚ ਭੁੱਲੇ ਹੋਏ ਨੇ, ਪਾਪ ਤੇ ਪੁੰਨ ਨੂੰ ਵੀ ਨਹੀਂ ਪਹਿਚਾਣਿਆ ਕਿ ਇਹ ਪਾਪ ਹੈ, ਇਹ ਪੁੰਨ ਹੈ, ਪਤਾ ਕੀ ਪਾਪਾਂ ਨੂੰ ਸਿੰਚਨ ਕਰ ਰਿਹਾ ਹੈ। ਕਈ ਮਨੁੱਖ ਇਸ ਨੂੰ ਪਾਪ ਮੰਨਦੇ ਹੀ ਨਹੀਂ, ਰਜਾ ਹੈ, ਸਹਿਮਤੀ ਹੈ, ਪਰ ਸਤਿਗੁਰੂ ਕਹਿ ਰਹੇ ਨੇ ਵੱਡਾ ਪਾਪ ਹੈ, ਘੋਰ ਪਾਪ ਹੈ। ਸੁਤ ਸੰਪਤ ਦੇਖ ਇਹੋ ਮਨ ਗਰਬਿਆ, ਰਾਮ ਹਿਰਦੈ ਤੇ ਖੋਇਆ। ਇਸਤਰੀ ਪੁੱਤਰ ਇਹ ਭੂਤੀ ਆਦਿਕਾਂ ਨੂੰ ਦੇਖ ਕੇ ਮਨ ਵਿੱਚ ਅਭਿਮਾਨ ਵੀ ਕਰਦਾ ਕਿ ਮੇਰੀ ਇਸਤਰੀ ਹੈ, ਪੁੱਤਰ ਹੈ, ਧਨ ਬੜਾ ਹੈ, ਪਦਾਰਥ ਬੜੇ ਨੇ, ਫਿਰ ਹੰਕਾਰੀ ਵੀ ਵੱਡਾ ਹੈ। ਇਸ ਕਰਕੇ ਪਰਮੇਸ਼ਰ ਹਿਰਦੇ ਦੇ ਵਿੱਚੋਂ ਭੁਲਾ ਹੀ ਦਿੱਤਾ ਕਿ ਲੋੜ ਨਹੀਂ ਪਰਮੇਸ਼ਰ ਦੀ। ਧਨ ਪਦਾਰਥ ਸਭ ਕੁਝ ਮੇਰੇ ਪਾਸ ਹੈ, ਮੈਨੂੰ ਕੀ ਲੋੜ ਹੈ ਬੰਦਗੀ ਦੀ, ਸੰਗਤ ਵਿੱਚ ਜਾਣ ਦੀ, ਪਰਮੇਸ਼ਰ ਦੀ ਕੋਈ ਲੋੜ ਨਹੀਂ। ਇਹ ਭਗਤ ਜੀ ਬਚਨ ਕਹਿੰਦੇ ਨੇ, ਆਵਰ ਮਰਤ ਮਾਇਆ ਮਨ ਤੋਲੇ, ਤੋ ਭਗ ਮੁਖ ਜਨਮ ਵਿਗੋਇਆ। ਜੋ ਕੋਈ ਮ੍ਰਿਤੂ ਹੋਇਆ ਔਰ ਕੋਈ ਮ੍ਰਿਤੂ ਹੁੰਦਾ, ਤਬ ਉਸਦੀ ਮਾਇਆ ਨੂੰ ਮਨ ਵਿੱਚ ਤੋਲਦਾ, ਵਿਚਾਰਦਾ ਕਿ ਉਸਦੀ ਮਾਇਆ ਵੀ ਮੈਨੂੰ ਮਿਲ ਜਾਵੇ। ਐਸਾ ਲੋਭੀ, ਐਸਾ ਮੋਹ ਮਾਇਆ। ਭਗ ਮੁਖ, ਭਗ ਦੁਆਰਾ ਹੀ ਜਨਮ ਨੂੰ ਵਿਗਾੜ ਲਏ। ਭਾਵ ਕਿ ਵਿਸ਼ਿਆਂ ਵਿਕਾਰਾਂ ਦੇ ਹੇਤ ਮਾਨਸ ਜਨਮ ਨੂੰ ਵਿਅਰਥ ਹੀ ਵਿਗਾੜ ਦਿੱਤਾ। ਔਰ ਜੋ ਸੰਤ ਜਨ ਨੇ ਰੱਬ ਦੇ ਪਿਆਰੇ,
ਸੋ ਮਾਇਆ ਨੂੰ ਮਨ ਵਿੱਚ ਤੋਲਦੇ ਨੇ ਕਿ ਝੂਠੀ ਹੈ ਮਾਇਆ। ਐਨੇ ਤੋਂ ਮੁੱਖ ਰੂਪ ਪਰਮੇਸ਼ਰ ਤੇ ਭੱਜ ਕੇ ਜਨਮ ਗਵਾ ਲਿਆ। ਭਗਤ ਜੀ ਕਹਿਣਗੇ ਸਾਡੇ ਤੋਂ ਚਲਾ ਗਿਆ ਤੂੰ ਜਨਮ ਵਿਗਾੜ ਕੇ ਅੱਜ ਆਇਆ। ਸੇਸਾਂ ਨੇ ਉਧਰ ਪਰਾਇਣ ਹੋ ਕੇ ਜਨਮ ਵਿਗਾੜਿਆ। ਦੂਜੇ ਭਾਵ ਦੇ ਖੋਟੇ ਕਰਮ ਤੂੰ ਕੀਤੇ, ਤੈਨੂੰ ਪਤਾ ਸੀ ਫਿਰ ਵੀ ਤੂੰ ਕੀਤੇ। ਤੂੰ ਸਾਡੀ ਸੰਗਤ ਵੀ ਕਰਦਾ ਸੀ, ਫਿਰ ਤੂੰ ਖੋਟੇ ਕਰਮ ਕੀਤੇ ਜਾ ਕੇ। ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ। ਤੀਜੀ ਅਵਸਥਾ ਭਗਤ ਬੇਣੀ ਜੀ ਬਿਆਨ ਕਰਦੇ ਨੇ। ਪੁੰਡਰ ਕੇਸ ਕੁਸਮ ਕਿਰਦੇ ਧੌਲੇ, ਸਪਤ ਪਤਾਲ ਕੀ ਬਾਣੀ। ਕੇਸ ਐਸੇ ਸਵੇਤ ਹੋ ਗਏ, ਕਾਲਿਆਂ ਤੋਂ ਧੌਲੇ ਆ ਗਏ। ਹਵੇਲੀ ਆਦਿਕ ਫੁੱਲਾਂ ਸੇ ਵੀ ਆਦਿਕ ਧੌਲੇ ਹੋ ਗਏ। ਸਪਤ ਪਤਾਲ ਕੀ ਬਾਣੀ ਦਾ ਭਾਵ ਬਾਣੀ ਅਤੀ ਸੂਖਮ ਹੋ ਜਾਂਦੀ ਜਦੋਂ ਬੁੱਢਾ ਹੋ ਜਾਂਦਾ ਹੈ। ਮਾਨੋ ਸਤਵੇਂ ਪਤਾਲ ਵਿੱਚ ਬੋਲਦਾ ਹੈ, ਇੰਝ ਲੱਗਦਾ। ਲੋਚਨ ਸ਼ਰਮ ਹੈ ਬੁੱਧ ਬਲ ਨਾਠੀ, ਤਾ ਕਾਮ ਵੇ ਸਮਾਧਾਨੀ। ਨੇਤਰ ਥਕਤ ਹੋ ਜਾਂਦੇ ਨੇ, ਭਾਵ ਕਿ ਦੇਖਣੇ ਤੋਂ ਰਹਿ ਗਏ ਨੇਤਰ। ਨੇਤਰਾਂ ਤੋਂ ਜਲ ਚੱਲਣ ਲੱਗਦਾ, ਬੁੱਧੀ ਨਸ਼ਟ ਹੋ ਗਈ, ਸਰੀਰ ਦਾ ਬਲ ਵੀ ਨਹੀਂ ਰਿਹਾ। ਤੋ ਕਾਮਨਾ ਰੂਪੀ ਮਧਾਣੀ ਅੰਤ ਸਕੰਦ ਵਿੱਚ ਪੜ੍ਹ ਕੇ ਮਥਣੇ ਲੱਗੀ ਕਿ ਬਿਰਧ ਅਵਸਥਾ ਵਿੱਚ ਕਾਮਨਾ ਦੀ ਅਧਿਕਤਾ ਹੋ ਜਾਂਦੀ। ਕੀ ਬਚਨ ਕਹਿੰਦੇ ਨੇ ਭਗਤ ਜੀ, ਤਾਤੇ ਵੇਖੈ ਭਈ ਮਤ ਪਾਵਸ, ਕਾਇਆ ਕਮਲ ਕੋਮਲਾਣਾ। ਤਿੰਨ ਕਾਮਨਾ ਕਰਕੇ ਜੋ ਵਿਸ਼ਿਆਂ ਵਿਕਾਰਾਂ ਵਿੱਚ ਬੁੱਧੀ ਪ੍ਰਵਿਰਤ ਹੋ ਰਹੀ ਹੈ, ਸੋ ਬਰਸਾਤ ਰੁੱਤ ਦੇ ਸਮਾਨ ਕਾਲੀ ਹੋ ਰਹੀ। ਜਿਵੇਂ ਸਾਉਣ ਦੇ ਮਹੀਨੇ ਵਿੱਚ ਬਰਸਾਤ ਹੁੰਦੀ ਹੈ, ਉਹ ਸਰੀਰ ਰੂਪੀ ਕਮਲ ਇਸ ਕਰਕੇ ਕੁਮਲਾ ਗਿਆ, ਮੁਰਝਾ ਗਿਆ। ਆਵਗਤ ਬਾਣ ਛੋੜ ਮ੍ਰਿਤ ਮੰਡਲ, ਤੋ ਪਾਛੈ ਪਛਤਾਣਾ। ਇਸ ਮਾਤ ਲੋਕ ਵਿੱਚ ਆ ਕੇ ਜੀਵ ਨੇ ਪਰਮੇਸ਼ਰ ਦੇ ਨਾਮ ਦੀ ਬਾਣੀ ਛੱਡ ਦਿੱਤੀ। ਪਿੱਛੇ ਸੇ ਦੇਹ ਤਿਆਗ ਦੇ ਉਪਰੰਤ ਪਛਤਾਪ ਕੀਤਾ, ਹਾਏ ਹਾਏ ਕਰਦਾ। ਇਸ ਭਾਰਤ ਭੂਮੀ ਵਿੱਚ ਮਨੁੱਖ ਜਨਮ ਨੂੰ ਪਾ ਕੇ ਜੋ ਰਿਖੀਆਂ ਮੁਨੀਆਂ ਗੁਰੂਆਂ ਪੀਰਾਂ ਦੀ ਇਹ ਪਾਵਨ ਧਰਤੀ ਭਾਰਤ ਖੰਡ ਹੈ, ਇਹ ਪੂਜਣ ਯੋਗ ਧਰਤੀ ਹੈ। ਅਮੋਲਕ ਜਨਮ ਮਿਲਿਆ ਇਸ ਧਰਤੀ ਤੇ, ਨਾਮ ਨਹੀਂ ਜਪਿਆ, ਭਜਨ ਨਹੀਂ ਕੀਤਾ। ਨੈ ਕੁਟੀ ਦੇ ਦੇਖ ਧੁਨ ਉਪਜੈ, ਮਾਨ ਕਰਤ ਨਹੀਂ ਬੂਝੈ। ਭਗਤ ਜੀ ਕਹਿਣ ਲੱਗੇ ਛੋਟੀ ਦੇ ਪੁੱਤਰ ਪੋਤਰਿਆਂ ਨੂੰ ਦੇ ਕੇ ਸ਼ਬਦ ਪ੍ਰਗਟਤਾ ਹੈ, ਭਾਵ ਕਿ ਉਹਨਾਂ ਨੂੰ ਪੁੱਤਰ ਬੱਚਾ ਕਹਿੰਦਾ। ਭਾਵ ਇਹ ਕਿ ਉਹਨਾਂ ਨੂੰ ਦੇਖ ਕੇ ਮਾਣ ਵੀ ਕਰਦਾ, ਔਰ ਇਸ ਨੇ ਇਸ ਕੋ ਜਾਣਦੇ ਵੀ ਨਹੀਂ। ਬਿਰਧ ਅਵਸਥਾ ਨੂੰ ਪਾ ਕੇ ਦੇਹ ਨਖੁੱਟੀ ਗਈ, ਜਾਤੀ ਆਦਿਕ ਦਾ ਅਭਿਮਾਨ ਅਜੇ ਵੀ ਕਰਦਾ ਕਿ ਮੈਂ ਉੱਚੀ ਜਾਤ ਵਿੱਚ ਖਾਂ, ਸੰਬੰਧੀ ਬੜੇ ਨੇ ਮੇਰੇ ਪੁੱਤਰ ਪੋਤਰੇ ਆਦਿਕ, ਉਹ ਜਾਣਦੇ ਵੀ ਨਹੀਂ। ਔਰ ਪਰਮੇਸ਼ਰ ਨੂੰ ਬੁੱਝਦਾ ਹੈ, ਉਸ ਨੂੰ ਜਾਣਿਆ ਨਹੀਂ, ਪਰਮੇਸ਼ਰ ਨੂੰ ਨਹੀਂ ਜਾਣਿਆ। ਬੁੱਢਾ ਵੀ ਹੋ ਗਿਆ, ਫਿਰ ਵੀ ਮਨ ਨਾ ਪਤੀਜਿਆ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਐਸੇ ਮਨੁੱਖਾਂ ਦੀ ਤਾਦਾਦ ਜਗਤ ਵਿੱਚ ਦੇਖਣ ਨੂੰ ਬਹੁਤ ਮਿਲਦੀ ਹੈ। ਜੋ ਜਵਾਨੀ ਚਲੀ ਗਈ, ਬੁਢੇਪਾ ਆ ਗਿਆ, ਅੱਗੋਂ ਨੇੜਾ ਆਇਆ, ਪਿੱਛਾ ਰਿਹਾ ਦੂਰ, ਪਰ ਮਨੁੱਖ ਫਿਰ ਵੀ ਪਤੀਜਦਾ ਨਹੀਂ, ਫਿਰ ਵੀ ਮੋਹ ਦੀ ਤੰਦ ਵਿੱਚ ਵਜਿਆ ਹੈ। ਇਹ ਨਹੀਂ ਜਾਣਦਾ ਇਸ ਜਨਮ ਦਾ ਲਾਹਾ ਲੈ ਲਵਾਂ, ਪਤਾ ਨਹੀਂ ਕਦੋਂ ਆਵਾਜ਼ ਸੱਦਾ ਆ ਜਾਣਾ ਹੈ, ਕਿਉਂਕਿ ਅਮੋੜ ਹੈ, ਅਗਿਆਨੀ ਹੈ, ਬੇਸਮਝ ਹੈ, ਸਮਝਦਾ ਨਹੀਂ। ਪਾਤਸ਼ਾਹ ਫਰਮਾਉਂਦੇ ਨੇ ਭਗਤ ਬੇਣੀ ਜੀ ਮਹਾਰਾਜ, ਲਾਲਚ ਕਰੈ ਜੀਵਨ ਪਦ ਕਾਰਨ, ਅਜੇ ਵੀ ਲਾਲਚ ਹੈ।
ਲੋਚਨ ਕਛੂ ਨਾ ਸੂਝੈ। ਜੀਵਨ ਪਦ ਭਾਵ ਜੀਵਨ ਦੇ ਵਾਸਤੇ ਲਾਲਚ ਕਰਦਾ ਹੈ ਕਿ ਅਜੇ ਮੈਂ ਮਰਾਂ ਨਾ। ਨੇਤਰਾਂ ਦੇ ਕੁਝ ਸੁਝਦਾ ਨਹੀਂ, ਅਗੇ ਬਿਰਧ ਅਵਸਥਾ ਵਿੱਚ ਨੇਤਰ ਬੰਦ ਹੋ ਗਏ, ਕੁਝ ਦਿਖਾਈ ਨਹੀਂ ਦਿੰਦਾ। ਥਾਕਾ ਤੇਜ ਉੱਡਿਆ ਮਨ ਪੰਖੀ, ਘਰ ਆਂਗਨ ਨਾ ਸੁਖਾਈ। ਭਗਤ ਜੀ ਫਰਮਾਉਂਦੇ ਨੇ ਪ੍ਰਾਣਾਂ ਦਾ ਜੋ ਬਲ ਸੀ ਉਹ ਵੀ ਥਕਤ ਹੋ ਗਿਆ। ਸਰੀਰ ਸੇ ਪ੍ਰਾਣਾਂ ਦਾ ਵਿਯੋਗ ਹੋਇਆ। ਜੀਵ ਰੂਪੀ ਪੰਛੀ ਵਾਸਨਾ ਅਨੁਸਾਰ ਲੋਕਾਂਤਰਾਂ ਨੂੰ ਉੱਡ ਕੇ ਚਲਾਂਗੇ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਇਹ ਯਾਦ ਕਰੋ ਇਹ ਸੱਚ ਹੈ। ਜੋ ਮਨ ਜਿਸ ਵਾਸਨਾ ਵਿੱਚ ਲੱਗਿਆ ਉਹੀ ਆਪਣੇ ਜਨਮ ਹੋਣਾ। ਪੁੱਤਰ ਪਰਿਵਾਰ ਸੰਬੰਧੀਆਂ ਵਿੱਚ ਮਾਇਆ ਵਿੱਚ ਵੈਸਾ ਮੈਂ ਦੁਨੀ ਚੰਦ ਦੇ ਪਿਤਾ ਦਾ ਮਨ ਸੀ। ਮਾਸ ਚੱਖਾਂ ਅਗਿਆੜ ਦੀ ਜੂਨੀ ਵਿੱਚ ਪਿਆ ਜਾ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਉਹੀ ਪ੍ਰਗਟ ਹੋਣੀ। ਉਹ ਜੂਨੀ ਪੈ ਜਾਂਦੀ, ਉਹ ਜਨਮ ਹੁੰਦਾ ਹੈ। ਪਾਤਸ਼ਾਹ ਫਰਮਾਉਂਦੇ ਨੇ ਥਾਕਾ ਤੇਜ ਉੱਡਿਆ ਮਨ ਪੰਖੀ, ਘਰ ਆਂਗਨ ਨਾ ਸੁਖਾਈ। ਫਿਰ ਮ੍ਰਿਤਕ ਸਰੀਰ ਘਰ ਦੇ ਆਂਗਨ ਵਿੱਚ ਸੰਬੰਧੀ ਜਨਾਂ ਨੂੰ ਨਹੀਂ ਸੁਖਾਉਂਦਾ ਕਿ ਜਲਦੀ ਕਰੋ ਇਸ ਨੂੰ ਘਰੋਂ ਲੈ ਕੇ ਜਾਵੋ। ਘਰ ਵਿੱਚ ਨਹੀਂ ਦੇਹੀ ਰੱਖਣੀ। ਸਭ ਹੀ ਕਰਦੇ ਨੇ, ਸਭਨਾਂ ਨੂੰ ਪਤਾ ਹੈ। ਬੇਣੀ ਕਹਿ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਭਗਤ ਬੇਣੀ ਜੀ ਬਚਨ ਕਹਿੰਦੇ ਨੇ ਕਿ ਭਗਤ ਜਨੋ ਪਿਆਰਿਓ ਸਰਵਣ ਕਰੋ, ਸੁਣੋ। ਬੰਦ ਕਰਕੇ ਮੁਕਤੀ ਕਿਸ ਨੂੰ ਮਿਲੀ ਹੈ ਕਿ ਮਰ ਕੇ ਮੁਕਤ ਹੋਵੇਗਾ। ਭਾਵ ਇਹ ਕਿ ਮਰਨੇ ਸੇ ਪਹਿਲਾਂ ਹੀ ਮੁਕਤੀ ਦਾ ਯਤਨ ਕਰੋ ਕਿ ਮੁਕਤ ਹੋ ਜਾਈਏ। ਮਰਨ ਤੋਂ ਬਾਅਦ ਮੁਕਤ ਨਹੀਂ ਹੋਈ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਜੋ ਜਿਉਂਦਾ ਮਰਦਾ ਨਹੀਂ ਉਹ ਮੁਕਤ ਨਹੀਂ ਹੁੰਦਾ। ਜੋ ਆਪਣਾ ਆਪ ਗੁਰੂ ਮੁਰਸ਼ਦ ਨੂੰ ਦਵੇ ਤਨ ਮਨ ਧਨ, ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ। ਉਹ ਬਖਸ਼ੀਸ਼ਾਂ ਪਾਉਂਦਾ। ਗੁਰੀ ਉਪਦੇਸ਼ੀ ਗੁਰਮਤੀਆ ਨਾਮ ਜਪਣ ਵਾਲਾ ਮੁਕਤ ਹੋ ਜਾਂਦਾ। ਸ੍ਰੀ ਰਾਗ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ। ਕਾਨਕ ਅਟਕ ਜਲ ਰੰਗ ਜੈਸਾ। ਇੱਕ ਸਮੇਂ ਭਗਤ ਰਵਿਦਾਸ ਮਹਾਰਾਜ ਜੀ ਪਰਿਪੂਰਨ ਪਰਮਾਤਮਾ ਦੇ ਧਿਆਨ ਵਿੱਚ ਜੁੜੇ ਬੈਠੇ ਸਨ। ਜਦ ਬਿਰਤੀ ਤਦਾਕਾਰ ਹੋਈ ਤਾਂ ਸਤਿਗੁਣ ਸਰੂਪ ਦਾ ਸਾਹਜਤਕਾਰ ਦਰਸ਼ਨ ਹੋਇਆ ਪ੍ਰਭੂ ਦਾ। ਤਰਲੋਕੀ ਦਾ ਮਾਲਕ ਪ੍ਰਗਟ ਹੋਇਆ। ਤਬ ਧਿਆਨ ਤੋਂ ਉੱਠੇ ਭਗਤ ਰਵਿਦਾਸ ਮਹਾਰਾਜ ਜੀ ਚਰਨਾਂ ਵਿੱਚ ਨਮਸਕਾਰ ਕਰਨ ਲੱਗੇ। ਪ੍ਰਭੂ ਦੇ ਨਮਸਕਾਰ ਕਰਨ ਲੱਗੇ ਭਗਤ ਜੀ, ਕਿਉਂਕਿ ਚੋਜੀ ਪ੍ਰੀਤਮ ਭਗਤਾਂ ਨਾਲ ਫਿਰ ਚੋਜ ਵੀ ਬੜੇ ਕਰਦਾ। ਭਗਵਾਨ ਕਹਿਣ ਲੱਗੇ ਸਾਡੇ ਨਿਕਟ ਮਤੇ ਆਇਓ, ਤੁਸੀਂ ਨੀਚ ਜਾਤੀ ਦੇ ਹੋ, ਮੇਰੇ ਚਰਨਾਂ ਸੇ ਸਪਰਸ਼ ਕਰਨੇ ਯੋਗ ਨਹੀਂ। ਇਹ ਬਚਨ ਕਹੇ ਪ੍ਰਭੂ ਨੇ। ਭਗਤ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ। ਇਹ ਪ੍ਰਭੂ तेरा मेरे से और मेरा तेरे से भेद कैसा बन सके, कैसा बन सके। भाव के जैसा तू ईश्वर सत चित आनंद स्वरूप है, तैसे ही मैं भी जीव सतचित आनंद रूप खां। जीव ईश्वर का जो भेद कथन है सो केवल उपाधि कृतक है, क्योंकि ईश्वर की समसटी उपाधि ये बचन कहे कि एक है कोई दो नहीं। जो पैगम ना पाप करंता अहे अनंता, जो पैगम ना पाप करंता अहे अनंता। 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 जो पैगम ना पाप करंता अहे अन
ਪਤਿਤ ਪਾਵਨ ਨਾਮ ਕੈਸੇ ਹੁੰਦਾ। ਕਿ ਬੇਅੰਤ ਪਰਮੇਸ਼ਰ, ਜੇਕਰ ਅਸੀਂ ਜੀ ਪਾਪ ਨਹੀਂ ਕਰਦੇ ਤਾਂ ਆਪ ਦਾ ਨਾਮ ਪਤਿਤ ਪਾਵਨ ਕਿਵੇਂ ਪੈਂਦਾ, ਕਿਵੇਂ ਹੋ ਸਕਦਾ ਕਿ ਜਬ ਜੀ ਪਾਪ ਕਰਦੇ ਨੇ ਤਬ ਤੋਂ ਪਾਪੀਆਂ ਨੂੰ ਪਾਵਨ ਕਰ ਦਿੰਦੇ, ਤਾਂ ਆਪ ਦਾ ਨਾਮ ਪਤਿਤ ਪਾਵਨ ਹੈ। ਕੋ ਪਾਪ ਨਹੀਂ ਕਰੇਗਾ ਤਾਂ ਆਪ ਕਿਸ ਨੂੰ ਪਾਵਨ ਕਰਕੇ ਪਤਿਤ ਪਾਵਨ ਨਾਮ ਕਹਾਉਂਗੇ। ਇਹ ਪ੍ਰਭੂ ਕਦਾਚਿਤ ਐਸੇ ਕਹੋ ਜਦ ਇਹੀ ਸਤ ਹੈ, ਤੂੰ ਮੈਂ ਸੁਆਮੀ ਹੂੰ और तू दास है। तुम जो नायक आछो अंतर जामी, प्रभ ते जन जानी जय जन ते स्वामी। हे प्रभु जी, तू जो श्रेष्ठ स्वामी अंतरजामी है, ਤਾਂ ਤੂੰ हे प्रभु स्वामी करके तू दास ਜਾਣਿਆ ਜਾਂਦਾ। ਭਾਵੇਂ ਕਿ ਸੁਆਮੀ ਹੁੰਦਾ ਹੈ ਤਬ ਦਾਸ ਬਣਦਾ। ਸੁਆਮੀ ਬਿਨ ਦਾਸ ਦੇ ਨਹੀਂ, ਜੋ ਦਾਸ ਹੁੰਦਾ ਤਬ ਸੁਆਮੀ ਕਹਾਉਂਦਾ। ਤੇ ਦਾਸ ਬਿਨਾ ਸੁਆਮੀ ਨਹੀਂ। ਆਪ ਸੁਆਮੀ ਭਾਵ ਦੀ ਪ੍ਰਾਪਤੀ ਹਮ ਦਾਸਾਂ ਕਰਕੇ ਬਣੀ। जब ऐसे अडोल नेचे दे बचन भगत जी ने उच्चारण की तब आज्ञा हुई। प्रभु तरलोकी दा मालक बड़ा प्रसन्न होया। बर मंग मैं बड़ा खुश हाँ तेरे ते, बड़ा खुश। शरीर आराधा मोह को विचार देहु। ये प्रभु ऐसी कृपा कर, जब तक मेरा शरीर तन है तब तक मैं तेनू जपां, तेरी याद विच जुड़िया रखां, तेनू सेवन करां, अपने स्वत स्वरूप दा मैनू विचार बख्श। रविदास समदल समझावै को। भगत जी कहन लगे, हे प्रभु ऐसे पुरुषां दी मैनू संगत दे, जो कोई समूह दल दे विच एक रस परिपूर्ण परमेश्वर दे समझावे समझावे। एक रस परिपूर्ण परमेश्वर नूं समझा देवे, ऐसी मैनू संगत बख्श। प्रभु ने बख्शीशां कीतियां। गलवकड़ी विच लिया भगत रविदास महाराज जी, क्योंकि रब वाहिगुरु भगतां दा भगत रब दे। सतगुरु दे उपदेश ते चलीए, गुर शब्द ही गुरमतीए बणीए। नाम नूं जपीए, संग करिए सतपुरुषां दा, अपना अमोलक जन्म सफल हो जावेगा। के अच्युत